ओम शांति। ਅੱਜ ਪਿਆਰੇ ਅਵਿਅਕਤ ਬਾਪ ਦਾਦਾ ਦੇ 4/7/2021 ਦੇ ਮਹਾਵਚਨ ਰਿਵਾਈਜ਼ ਕੋਰਸ 3188। ਸ਼ਿਵ ਬਾਬਾ ਨੇ ਅੱਜ ਆਪਣੇ ਪਿਆਰੇ ਬੱਚਿਆਂ ਨੂੰ ਬ੍ਰਹਮਾ ਬਾਪ ਦੀ ਜੀਵਨ ਕਹਾਣੀ ਸੁਣਾਉਂਦੇ ਹੋਏ ਹਿੰਮਤ ਦਾ ਦੂਸਰਾ ਕਦਮ ਸਹਿਨਸ਼ੀਲਤਾ ਬਾਰੇ ਦੱਸਿਆ। ਪਹਿਲਾ ਕਦਮ ਸੀ ਹਿੰਮਤ ਦਾ ਪਹਿਲਾ ਕਦਮ ਸਮਰਪਣ ਮਹਿਤਾ। ਅੱਜ ਹੈ ਦੂਸਰਾ ਕਦਮ। ਤਾਂ ਮੁਰਲੀ ਦਾ ਹੈਡਿੰਗ ਹੈ ਹਿੰਮਤ ਦਾ ਦੂਸਰਾ ਕਦਮ ਸਹਿਨਸ਼ੀਲਤਾ। ਅੱਜ ਆਲਮਾਈਟੀ ਅਥਾਰਟੀ ਬਾਪ ਆਪਣੀ ਪਹਿਲੀ ਸ੍ਰੇਸ਼ਟ ਰਚਨਾ ਨੂੰ ਦੇਖ ਰਹੇ ਹਨ। ਪਹਿਲੀ ਰਚਨਾ ਬ੍ਰਾਹਮਣਾਂ ਦੀ ਹੈ। ਉਸ ਵਿੱਚ ਵੀ ਪਹਿਲੀ ਰਚਨਾ ਵਿੱਚੋਂ ਵੀ ਪਹਿਲਾ ਨੰਬਰ ਬ੍ਰਹਮਾ ਨੂੰ ਹੀ ਕਹਾਂਗੇ। ਪਹਿਲੀ ਰਚਨਾ ਦਾ ਪਹਿਲਾ ਨੰਬਰ ਹੋਣ ਦੇ ਕਾਰਨ ਬ੍ਰਹਮਾ ਨੂੰ ਆਦਿ ਦੇਵ ਕਿਹਾ ਜਾਂਦਾ ਹੈ। ਇਸ ਨਾਮ ਨਾਲ ਇਸ ਆਬੂ ਪਰਵਤ ਤੇ ਯਾਦਗਾਰ ਵੀ ਆਦਿ ਦੇਵ ਨਾਮ ਨਾਲ ਹੀ ਹੈ। ਆਦਿ ਦੇਵ ਅਰਥਾਤ ਆਦਿ ਰਚਨਾ ਨੂੰ ਵੀ ਕਿਹਾ ਜਾਂਦਾ ਅਤੇ ਨਾਲ ਆਦਿ ਦੇਵ ਅਰਥਾਤ ਨਵੀਂ ਸ੍ਰਿਸ਼ਟੀ ਦੇ ਆਦਿ ਦਾ ਪਹਿਲਾ ਨੰਬਰ ਆਦਿ ਦੇਵ। ਪਹਿਲੀ ਦੇਵ ਆਤਮਾ ਸ੍ਰੀ ਕ੍ਰਿਸ਼ਨ ਦੇ ਰੂਪ ਵਿੱਚ ਬ੍ਰਹਮਾ ਹੀ ਬਣਦੇ ਹਨ। ਬਾਬਾ ਨੇ ਕਿਹਾ ਕਿ ਇਸ ਲਈ ਨਵੀਂ ਸ੍ਰਿਸ਼ਟੀ ਦੇ ਆਦਿ ਦਾ ਆਦਿ ਦੇਵ ਕਿਹਾ ਜਾਂਦਾ ਹੈ। ਸੰਗਮ ਯੁੱਗ ਤੇ ਵੀ ਆਦਿ ਰਚਨਾ ਦਾ ਪਹਿਲਾ ਨੰਬਰ ਅਰਥਾਤ ਆਦਿ ਦੇਵ ਕਹੋ ਜਾਂ ਬ੍ਰਾਹਮਣ ਆਤਮਾ ਦੇ ਰਚయిਤਾ ਬ੍ਰਹਮਾ ਕਹੋ। ਤਾਂ ਸੰਗਮ ਯੁੱਗ ਤੇ ਹੋਰ ਸ੍ਰਿਸ਼ਟੀ ਦੇ ਆਦਿ ਤੇ ਵੀ ਦੋਨਾਂ ਸਮਾਂ ਦੇ ਆਦਿ ਹਨ। ਇਸ ਲਈ ਆਦਿ ਦੇਵ ਕਿਹਾ ਜਾਂਦਾ ਹੈ। ਬ੍ਰਹਮਾ ਹੀ ਆਦਿ ਕਰਮਾਤੀਤ ਫਰਿਸ਼ਤਾ ਬਣਦੇ ਹਨ। ਬ੍ਰਹਮਾ ਸੋ ਫਰਿਸ਼ਤਾ ਅਤੇ ਫਰਿਸ਼ਤਾ ਸੋ ਦੇਵਤਾ ਸਭ ਵਿੱਚ ਨੰਬਰ 1। ਇਸ ਤਰ੍ਹਾਂ ਨੰਬਰ 1 ਕਿਵੇਂ ਬਣੇ? ਕਿਸ ਵਿਧੀ ਨਾਲ ਨੰਬਰ 1 ਸਿੱਧੀ ਨੂੰ ਪ੍ਰਾਪਤ ਕੀਤਾ? ਤੁਸੀਂ ਸਾਰੇ ਬ੍ਰਾਹਮਣ ਆਤਮਾਵਾਂ ਨੇ ਵੀ ਬ੍ਰਹਮਾ ਬਾਪ ਨੂੰ ਹੀ ਫੋਲੋ ਕਰਨਾ ਹੈ। ਕੀ ਫੋਲੋ ਕਰਨਾ ਹੈ? ਇਸ ਦਾ ਪਹਿਲਾ ਕਦਮ ਸਮਰਪਣਤਾ। ਇਹ ਪਹਿਲਾਂ ਵੀ ਸੁਣਾਇਆ ਹੈ। ਪਹਿਲੇ ਕਦਮ ਵਿੱਚ ਵੀ ਸਾਰੇ ਰੂਪ ਨਾਲ ਸਮਰਪਣ ਬਣ ਕੇ ਦਿਖਾਇਆ। ਦੂਸਰਾ ਕਦਮ ਸਹਿਨਸ਼ੀਲਤਾ। ਜਦੋਂ ਸਮਰਪਣ ਹੋਏ ਤਾਂ ਬਾਪ ਤੋਂ ਸਾਰੇ ਸ੍ਰੇਸ਼ਟ ਵਰਸਾ ਤਾਂ ਮਿਲਿਆ, ਪਰੰਤੂ ਦੁਨੀਆ ਵਾਲਿਆਂ ਤੋਂ ਕੀ ਮਿਲਿਆ? ਸ਼ਿਵ ਬਾਬਾ ਤੋਂ ਤਾਂ ਸ੍ਰੇਸ਼ਟ ਵਰਸਾ ਮਿਲਿਆ, ਲੇਕਿਨ ਦੁਨੀਆ ਵਾਲਿਆਂ ਨੇ ਕੀ ਦਿੱਤਾ? ਸਭ ਤੋਂ ਜ਼ਿਆਦਾ ਗਾਲਾਂ ਦੀ ਹੀ ਬਰਸਾਤ ਕਿਸ ਤੇ ਹੋਈ? ਚਾਹੇ ਤੁਸੀਂ ਆਤਮਾਵਾਂ ਨੂੰ ਵੀ ਗਾਲਾਂ ਮਿਲੀਆਂ ਜਾਂ ਅਤਿਆਚਾਰ ਹੋਏ, ਪਰੰਤੂ ਜ਼ਿਆਦਾ ਕ੍ਰੋਧ व ਗੁੱਸਾ ਬ੍ਰਹਮਾ ਨੂੰ ਹੀ ਮਿਲਦਾ ਰਿਹਾ। ਲੌਕਿਕ ਜੀਵਨ ਵਿੱਚ ਕਦੇ ਇੱਕ ਸ਼ਬਦ ਵੀ ਨਹੀਂ ਸੁਣਿਆ, ਅਪਸ਼ਬਦ ਵੀ ਨਹੀਂ ਸੁਣਿਆ, ਪਰੰਤੂ ਬ੍ਰਹਮਾ ਬਣਿਆ ਤਾਂ ਅਪਸ਼ਬਦ ਸੁਣਨ ਵਿੱਚ ਵੀ ਨੰਬਰ 1 ਰਹੇ। ਸਭ ਤੋਂ ਜ਼ਿਆਦਾ ਸਾਰਿਆਂ ਦੇ ਸਨੇਹੀ ਜੀਵਨ ਬਤੀਤ ਕੀਤੀ। ਸਾਰਿਆਂ ਨੇ ਸਨੇਹੀ ਜੀਵਨ ਬਤੀਤ ਕੀਤੀ, ਪਰੰਤੂ ਜਿੰਨਾ ਹੀ ਲੌਕਿਕ ਜੀਵਨ ਵਿੱਚ ਸਾਰਿਆਂ ਦੇ ਸਨੇਹੀ ਰਹੇ, ਓਨਾ ਹੀ ਅਲੌਕਿਕ ਜੀਵਨ ਵਿੱਚ ਸਾਰਿਆਂ ਦੇ ਦੁਸ਼ਮਣ ਰੂਪ ਬਣੇ। ਬੱਚਿਆਂ ਦੇ ਉੱਪਰ ਅਤਿਆਚਾਰ ਹੋਇਆ ਤਾਂ ਆਪਣੇ ਆਪ ਹੀ ਇਨਡਾਇਰੈਕਟ ਬ੍ਰਹਮਾ ਬਾਪ ਦੇ ਉੱਤੇ ਅਤਿਆਚਾਰ ਹੋਏ, ਪਰੰਤੂ ਸਹਿਨਸ਼ੀਲਤਾ ਦੇ ਗੁਣ ਤੋਂ ਵਾ ਸਹਿਨਸ਼ੀਲਤਾ ਦੀ ਧਾਰਨਾ ਨਾਲ ਮੁਸਕਰਾਉਂਦੇ ਰਹੇ, ਕਦੇ ਵੀ ਮੁਰਝਾਏ ਨਹੀਂ। ਕੋਈ ਪ੍ਰਸ਼ੰਸਾ ਕਰੇ ਜਾਂ ਮੁਸਕਰਾਏ, ਇਸ ਨੂੰ ਸਹਿਨਸ਼ੀਲਤਾ ਨਹੀਂ ਕਹਿੰਦੇ।
ਪਰੰਤੂ ਦੁਸ਼ਮਣ ਬਣ ਕੇ ਕ੍ਰੋਧਿਤ ਹੋ ਕੇ ਅਪਸ਼ਬਦਾਂ ਦੀ ਵਰਖਾ ਕਰੇ। ਇਸ ਤਰ੍ਹਾਂ ਦੇ ਸਮੇਂ ਤੇ ਹੀ ਸਦਾ ਮੁਸਕਰਾਉਂਦੇ ਰਹਿਣਾ, ਸੰਕਲਪ ਮਾਤਰ ਵੀ ਮੁਰਝਾਉਣ ਦਾ ਚਿੰਨ੍ਹ ਚਿਹਰੇ ਤੇ ਨਾ ਹੋਵੇ, ਇਸ ਨੂੰ ਕਿਹਾ ਜਾਂਦਾ ਸਹਿਨਸ਼ੀਲਤਾ। ਦੁਸ਼ਮਣ ਆਤਮਾ ਨੂੰ ਵੀ ਰਹਿਮ ਦਿਲ ਭਾਵਨਾ ਨਾਲ ਦੇਖਣਾ, ਬੋਲਣਾ, ਸੰਪਰਕ ਵਿੱਚ ਆਉਣਾ, ਇਸ ਨੂੰ ਕਹਿੰਦੇ ਸਹਿਨਸ਼ੀਲਤਾ। ਸਥਾਪਨਾ ਦੇ ਕੰਮ ਵਿੱਚ, ਸੇਵਾ ਦੇ ਕੰਮ ਵਿੱਚ ਕਦੇ ਛੋਟੇ ਕਦੇ ਵੱਡੇ ਤੂਫਾਨ ਆਏ, ਕਿੰਨੀ ਵੀ ਪਹਾੜ ਵਰਗੀ ਸਮੱਸਿਆ ਹੋਵੇ, ਤੂਫਾਨ ਹੋਵੇ, ਵਿਘਨ ਹੋਣ, ਪਰੰਤੂ ਪਹਾੜ ਅਰਥਾਤ ਛੋਟੀ ਗੱਲ ਨੂੰ ਵੀ, ਵੱਡੀ ਗੱਲ ਨੂੰ ਵੀ ਛੋਟਾ ਜਿਹਾ ਖਿਲੌਣਾ ਬਣਾ ਕੇ ਖੇਲ ਦੀ ਰੀਤੀ ਨਾਲ ਸਦਾ ਪਾਰ ਕੀਤਾ, ਜਾਂ ਵੱਡੀ ਭਾਰੀ ਗੱਲ ਨੂੰ ਸਦਾ ਹਲਕਾ ਬਣਾ ਕੇ ਆਪਣੇ ਆਪ ਵੀ ਹਲਕੇ ਰਹੇ ਅਤੇ ਦੂਸਰਿਆਂ ਨੂੰ ਵੀ ਹਲਕਾ ਬਣਾਇਆ, ਇਸ ਨੂੰ ਕਹਿੰਦੇ ਹਨ ਸਹਿਨਸ਼ੀਲਤਾ। ਵਿਸਤਾਰ ਨੂੰ ਸਾਰ ਵਿੱਚ ਲਿਆਇਆ, ਇਹ ਹੈ ਸਹਿਨਸ਼ੀਲਤਾ। ਵਿਸਤਾਰ ਵਿੱਚ ਨਾ ਜਾ ਕੇ ਨਥਿੰਗ ਨਿਊ ਦੇ ਫੁੱਲ ਸਟਾਪ ਨਾਲ ਬਿੰਦੀ ਲਗਾ ਕੇ ਬਿੰਦੀ ਬਣ ਅੱਗੇ ਵਧੇ, ਇਸ ਨੂੰ ਕਹਿੰਦੇ ਹਨ ਵਿਸਤਾਰ ਨੂੰ ਸਾਰ ਵਿੱਚ ਲੈ ਕੇ ਆਉਣਾ। ਸਹਿਨਸ਼ੀਲਤਾ ਦੀ ਸ਼ਕਤੀ ਵਾਲਾ ਕਦੇ ਘਬਰਾਏਗਾ ਨਹੀਂ ਕਿ ਕੀ ਇਸ ਤਰ੍ਹਾਂ ਵੀ ਹੁੰਦਾ ਹੈ। ਸਦਾ ਸੰਪੰਨ ਹੋਣ ਦੇ ਕਾਰਨ ਗਿਆਨ ਦੀ ਯਾਦ ਦੀ ਗਹਿਰਾਈ ਵਿੱਚ ਜਾਏਗਾ। ਘਬਰਾਉਣ ਵਾਲਾ ਕਦੇ ਵੀ ਗਹਿਰਾਈ ਵਿੱਚ ਨਹੀਂ ਜਾ ਸਕਦਾ। ਸਾਰ ਵਾਲਾ ਸਦਾ ਭਰਪੂਰ ਹੁੰਦਾ ਹੈ, ਇਸ ਲਈ ਭਰਪੂਰ ਸੰਪੰਨ ਚੀਜ਼ ਦੀ ਗਹਿਰਾਈ ਹੁੰਦੀ ਹੈ। ਵਿਸਤਾਰ ਵਾਲਾ ਖਾਲੀ ਹੁੰਦਾ ਹੈ, ਇਸ ਲਈ ਖਾਲੀ ਚੀਜ਼ ਸਦਾ ਉਛਲਦੀ ਰਹਿੰਦੀ ਹੈ। ਤਾਂ ਵਿਸਤਾਰ ਵਾਲਾ ਇਹ ਕਿਉਂ ਹੋਇਆ, ਇਹ ਕਿਵੇਂ ਹੋਇਆ, ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਸੀ, ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ ਸੀ, ਇਸ ਤਰ੍ਹਾਂ ਸੰਕਲਪਾਂ ਵਿੱਚ ਹੀ ਉਛਲਦਾ ਰਹੇਗਾ ਅਤੇ ਬਾਣੀ ਵਿੱਚ ਵੀ ਸਭ ਦੇ ਅੱਗੇ ਉਛਲਦਾ ਰਹੇਗਾ। ਅਤੇ ਜੋ ਹੱਦ ਤੋਂ ਜ਼ਿਆਦਾ ਉਛਲਦਾ ਹੈ, ਉਸ ਨੂੰ ਕੀ ਕਹਾਂਗੇ, ਕੀ ਹੋਵੇਗਾ? ਹਾਫਦਾ ਰਹੇਗਾ। ਖੁਦ ਵੀ ਉਛਲਦਾ, ਦੂਸਰਿਆਂ ਨੂੰ ਵੀ ਹਾਫਦਾ ਅਤੇ ਸਵੈਮ ਵੀ ਹਾਫਦਾ, ਖੁਦ ਵੀ ਥੱਕ ਜਾਂਦਾ ਹੈ। ਸਹਿਨਸ਼ੀਲ ਇਹਨਾਂ ਸਭ ਤੋਂ ਬਚ ਜਾਂਦਾ ਹੈ, ਇਸ ਲਈ ਸਦਾ ਮੌਜ ਵਿੱਚ ਰਹਿੰਦਾ ਹੈ, ਉਛਲਦਾ ਨਹੀਂ ਹੈ, ਉੱਡਦਾ ਹੈ। ਦੂਸਰਾ ਕਦਮ ਸਹਿਨਸ਼ੀਲਤਾ। ਇਹ ਬ੍ਰਹਮਾ ਬਾਪ ਨੇ ਚੱਲ ਕੇ ਦਿਖਾਇਆ। ਸਦਾ ਅਚਲ ਅਟਲ ਸਹਿਜ ਸਰੂਪ ਵਿੱਚ ਮੌਜ ਨਾਲ ਰਹੇ, ਮਿਹਨਤ ਨਾਲ ਨਹੀਂ। ਇਸ ਦਾ ਅਨੁਭਵ 14 ਸਾਲ ਤਪੱਸਿਆ ਕਰਨ ਵਾਲੇ ਬੱਚਿਆਂ ਨੇ ਕੀਤਾ। 14 ਸਾਲ ਮਹਿਸੂਸ ਹੋਏ ਜਾਂ ਕੁਝ ਘੜੀਆਂ ਹੀ ਲੱਗੀਆਂ? ਮੌਜ ਵਿੱਚ ਰਹੇ ਜਾਂ ਮਿਹਨਤ ਲੱਗੀ? ਬਾਬਾ ਨੇ ਬੱਚਿਆਂ ਨੂੰ ਪੁੱਛਿਆ। ਇਸ ਤਰ੍ਹਾਂ ਸਥੂਲ ਮਿਹਨਤ ਦਾ ਪੇਪਰ ਵੀ ਖੂਬ ਲਿਆ। ਕਿਤੇ ਨਾਜ ਨਾਲ ਪਲਣ ਵਾਲੇ ਅਤੇ ਕਿਤੇ ਗੋਬਰ ਦੇ ਗੋਲੇ ਵੀ ਬਣਵਾਏ, ਮਕੈਨਿਕ ਵੀ ਬਣਾਇਆ, ਚੱਪਲ ਵੀ ਸਿਲਾਈ ਕਰਵਾਈ, ਮੋਚੀ ਵੀ ਬਣਾਇਆ, ਮਾਲੀ ਵੀ ਬਣਾਇਆ, ਪਰੰਤੂ ਮਿਹਨਤ ਲੱਗੀ ਜਾਂ ਮੌਜ ਲੱਗੀ? ਸਭ ਕੁਝ ਪਾਰ ਕੀਤਾ, ਪਰੰਤੂ ਸਦਾ ਮੌਜ ਦੀ ਜੀਵਨ ਦਾ ਅਨੁਭਵ ਰਿਹਾ ਨਾ। ਜੋ ਮੂੰਝੇ ਉਹ ਭੱਜ ਗਏ ਅਤੇ ਜੋ ਮੌਜ ਵਿੱਚ ਰਹੇ ਉਹ ਅਨੇਕਾਂ ਨੂੰ ਮੌਜ ਦਾ ਜੀਵਨ ਅਨੁਭਵ ਕਰਾ ਰਹੇ ਹਨ। ਹੁਣ ਵੀ ਅਗਰ 14 ਸਾਲ ਰਿਪੀਟ ਕਰੀਏ ਤਾਂ ਪਸੰਦ ਹਨ ਨਾ। ਹੁਣ ਤਾਂ ਸੈਂਟਰ ਤੇ ਅਗਰ ਥੋੜਾ ਜਿਹਾ ਵੀ ਸਥੂਲ ਕੰਮ ਕਰਨਾ ਪੈਂਦਾ ਹੈ ਤਾਂ ਸੋਚਦੇ ਹਨ ਇਸ ਲਈ ਸੰਨਿਆਸ ਕੀਤਾ ਹੈ ਕਿ ਅਸੀਂ ਇਸ ਕੰਮ ਲਈ ਆਏ ਹਾਂ। ਮੌਜ ਨਾਲ ਜੀਵਨ ਜੀਣਾ, ਇਸ ਨੂੰ ਬ੍ਰਾਹਮਣ ਜੀਵਨ ਕਿਹਾ ਜਾਂਦਾ ਹੈ। ਚਾਹੇ ਸਥੂਲ ਸਧਾਰਨ ਕੰਮ ਹੋਵੇ, ਚਾਹੇ ਹਜ਼ਾਰਾਂ ਦੀ ਸਭਾ ਵਿੱਚ ਭਾਸ਼ਣ ਸਪੀਚ ਕਰਨੀ ਹੋਵੇ, ਦੋਨੇ ਮੌਜ ਨਾਲ ਕਰੀਏ। ਕਿਹਾ ਜਿਹਾ ਵੀ ਕੰਮ ਹੋਵੇ, ਇਸ ਨੂੰ ਕਿਹਾ ਜਾਂਦਾ ਮੌਜ ਦੀ ਜੀਵਨ ਜਿਉਣਾ। ਮੂੰਝੇ ਨਹੀਂ। ਅਸੀਂ ਤਾਂ ਸਮਝਿਆ ਨਹੀਂ ਸੀ
कि सरेंडर होना अर्थात ये सब कुछ करना पवेगा। मैं ਤਾਂ ਟੀਚਰ ਬਣ ਕੇ ਆਈ ਸੀ, ਸਥੂਲ ਕੰਮ ਕਰਨੇ ਲਈ ਥੋੜੀ ਸੰਨਿਆਸ ਕੀਤਾ ਹੈ ਕਿ ਇਹੀ ਬ੍ਰਹਮਾ ਕੁਮਾਰੀ ਜੀਵਨ ਹੁੰਦੀ ਹੈ। ਇਸ ਨੂੰ ਕਹਿੰਦੇ ਹਨ ਮੂੰਝਣ ਵਾਲੀ ਜੀਵਨ। ਬ੍ਰਹਮਾ ਕੁਮਾਰੀ ਬਣਨਾ ਅਰਥਾਤ ਦਿਲ ਦੀ ਮੌਜ ਮਨਾਉਣਾ, ਨਾ ਕਿ ਸਥੂਲ ਮੌਜਾਂ ਵਿੱਚ ਰਹਿਣਾ। ਦਿਲ ਦੀ ਮੌਜ ਤੋਂ ਕਿਸੇ ਵੀ ਪਰਿਸਥਿਤੀ ਵਿੱਚ, ਕਿਸੇ ਵੀ ਕੰਮ ਵਿੱਚ ਮੂੰਝਣ ਨੂੰ ਮੌਜ ਵਿੱਚ ਬਦਲ ਦੇਣਗੇ ਅਤੇ ਦਿਲ ਨਾਲ ਮੂੰਝਣ ਵਾਲੇ ਸ੍ਰੇਸ਼ਟ ਸਾਧਨ ਹੁੰਦੇ ਵੀ, ਸਪਸ਼ਟ ਗੱਲ ਹੁੰਦੇ ਹੋਏ ਵੀ, ਸਦਾ ਖੁਦ ਵੀ ਮੂੰਝੇ ਹੋਏ ਹੋਣ ਦੇ ਕਾਰਨ ਸਪਸ਼ਟ ਗੱਲ ਨੂੰ ਵੀ ਮੁਝਾ ਦੇਵੇਗਾ। ਅੱਛੇ ਸਾਧਨ ਹੁੰਦੇ ਵੀ ਸਾਧਨਾ ਨਾਲ ਮੌਜ ਨਹੀਂ ਲੈ ਸਕਣਗੇ। 2 ਪ੍ਰਕਾਰ ਦੀ ਸਹਿਨਸ਼ੀਲਤਾ ਦੇ ਪੇਪਰ ਸੁਣਾਏ। ਪਹਿਲਾ ਪੇਪਰ ਲੋਕਾਂ ਦੁਆਰਾ ਅਪਸ਼ਬਦ ਵਾ ਅਤਿਆਚਾਰ। ਦੂਸਰਾ ਯੱਗ ਦੀ ਸਥਾਪਨਾ ਵਿੱਚ ਵੱਖ-ਵੱਖ ਆਏ ਹੋਏ ਵਿਘਨ। ਤੀਸਰਾ ਕਈ ਬ੍ਰਾਹਮਣ ਬੱਚਿਆਂ ਦੁਆਰਾ ਵੀ ਟ੍ਰੇਟਰ ਹੋਣਾ ਜਾਂ ਛੋਟੀਆਂ-ਮੋਟੀਆਂ ਗੱਲਾਂ ਵਿੱਚ ਅਸੰਤੁਸ਼ਟਤਾ ਦਾ ਸਾਹਮਣਾ ਕਰਨਾ, ਪਰੰਤੂ ਇਸ ਵਿੱਚ ਵੀ ਸਦਾ ਅਸੰਤੁਸ਼ਟ ਨੂੰ ਸੰਤੁਸ਼ਟ ਕਰਨ ਦੀ ਭਾਵਨਾ ਨਾਲ ਪਰਵਸ਼ ਸਮਝ ਕੇ, ਸਦਾ ਕਲਿਆਣ ਦੀ ਭਾਵਨਾ ਨਾਲ, ਸਹਿਨਸ਼ੀਲਤਾ ਦੀ ਸ਼ਾਂਤੀ ਦੀ ਸ਼ਕਤੀ ਨਾਲ ਹਰ ਇੱਕ ਨੂੰ ਅੱਗੇ ਵਧਾਇਆ। ਸਾਹਮਣਾ ਕਰਨ ਵਾਲੇ ਨੂੰ ਵੀ ਮਧੁਰਤਾ ਅਤੇ ਸ਼ੁਭ ਭਾਵਨਾ, ਸ਼ੁਭ ਕਾਮਨਾ ਨਾਲ ਸਹਿਨਸ਼ੀਲਤਾ ਦਾ ਪਾਠ ਪੜ੍ਹਾਇਆ। ਜੋ ਅੱਜ ਸਾਹਮਣਾ ਕਰਦਾ ਅਤੇ ਕੱਲ ਮਾਫੀ ਮੰਗਦਾ, ਉਸ ਦੇ ਮੂੰਹ ਤੋਂ ਵੀ ਇਹੀ ਬੋਲ ਨਿਕਲਦੇ, ਬਾਬਾ ਤਾਂ ਬਾਬਾ ਹੈ। ਇਸ ਨੂੰ ਕਿਹਾ ਜਾਂਦਾ ਸਹਿਨਸ਼ੀਲਤਾ ਦੁਆਰਾ ਫੇਲ ਨੂੰ ਵੀ ਪਾਸ ਬਣਾ ਕੇ ਵਿਘਨ ਨੂੰ ਪਾਸ ਕਰਨਾ। ਤਾਂ ਦੂਸਰਾ ਕਦਮ ਸੁਣਿਆ ਨਾ, ਕਿਸ ਲਈ ਸੁਣਿਆ? ਕਦਮ ਤੇ ਕਦਮ ਰੱਖੋ। ਇਸ ਨੂੰ ਕਹਿੰਦੇ ਹਨ ਫਾਲੋ ਫਾਦਰ, ਅਰਥਾਤ ਬਾਪ ਸਮਾਨ ਬਣਨਾ। ਅੱਛਾ ਦੇਸ਼ ਵਿਦੇਸ਼ ਦੇ ਸਰਵ ਬਾਪ ਸਮਾਨ, ਸਦਾ ਬੁੱਧੀ ਤੋਂ ਸਮਰਪਿਤ ਆਤਮਾਵਾਂ ਨੂੰ ਸਦਾ ਹਰ ਪਰਿਸਥਿਤੀ ਵਿੱਚ ਹਰ ਵਿਅਕਤੀ ਨਾਲ ਸਹਿਨਸ਼ੀਲ ਬਣ ਕੇ ਹਰ ਗੱਲ ਨੂੰ ਛੋਟਾ ਕਰਕੇ ਪਾਰ ਕਰਨ ਵਾਲੇ, ਸਦਾ ਵਿਸਤਾਰ ਨੂੰ ਸਾਰ ਰੂਪ ਵਿੱਚ ਲਿਆਉਣ ਵਾਲੇ, ਸਦਾ ਬ੍ਰਾਹਮਣ ਜੀਵਨ, ਮੌਜ ਦੀ ਜੀਵਨ ਜਿਉਣ ਵਾਲੇ, ਇਸ ਤਰ੍ਹਾਂ ਬਾਪ ਸਮਾਨ ਬਣਨ ਵਾਲੇ ਮਹਾਵੀਰ ਸ੍ਰੇਸ਼ਟ ਆਤਮਾਵਾਂ ਨੂੰ ਬਾਪ ਦਾਦਾ ਦਾ ਸਮਾਨ ਭਵਦੀ ਸਨੇਹ ਸੰਪੰਨ ਯਾਦ ਪਿਆਰ ਅਤੇ ਨਮਸਤੇ। ਵਰਦਾਨ ਹੈ ਕਨਫਿਊਜ਼ ਹੋਣ ਦੀ ਬਜਾਏ ਲੂਜ਼ ਕਨੈਕਸ਼ਨ ਨੂੰ ਠੀਕ ਕਰਨ ਵਾਲੇ ਸਮੱਸਿਆ ਮੁਕਤ ਭਵ। ਸਾਰੀਆਂ ਸਮੱਸਿਆਵਾਂ ਦਾ ਮੂਲ ਕਾਰਨ ਕਨੈਕਸ਼ਨ ਲੂਜ਼ ਹੋਣਾ ਹੈ, ਮਨਾ ਢਿੱਲਾ ਹੋਣਾ। ਸਿਰਫ ਕਨੈਕਸ਼ਨ ਨੂੰ ਠੀਕ ਕਰ ਦਵੋ ਤਾਂ ਸਾਰੀਆਂ ਸ਼ਕਤੀਆਂ ਆਪੇ ਹੀ ਤੁਹਾਡੇ ਅੱਗੇ ਘੁੰਮਣਗੀਆਂ। ਯਦੀ ਕਨੈਕਸ਼ਨ ਜੋੜਨ ਵਿੱਚ 1-2 ਮਿੰਟ ਵੀ ਲੱਗ ਜਾਂਦੇ ਤਾਂ ਹਿੰਮਤ ਹਾਰ ਕੇ ਕਨਫਿਊਜ਼ ਨਾ ਹੋਵੋ। ਨਿਸ਼ਚੇ ਦੇ ਫਾਊਂਡੇਸ਼ਨ ਨੂੰ ਹਿਲਾਵੋ ਨਹੀਂ। ਮੈਂ ਬਾਬਾ ਦਾ, ਬਾਬਾ ਮੇਰਾ, ਇਸ ਆਧਾਰ ਨਾਲ ਫਾਊਂਡੇਸ਼ਨ ਨੂੰ ਪੱਕਾ ਕਰੋ ਤਾਂ ਸਮੱਸਿਆ ਮੁਕਤ ਬਣ ਜਾਵੋਗੇ। ਸਲੋਗਨ ਹੈ ਬੀਜ ਰੂਪ ਅਵਸਥਾ ਵਿੱਚ ਸਥਿਤ ਰਹਿਣਾ। ਇਹੀ ਪੁਰਾਣੇ ਸੰਸਕਾਰਾਂ ਨੂੰ ਪਰਿਵਰਤਨ ਕਰਨ ਦੀ ਵਿਧੀ ਹੈ। ਅੱਛਾ, ਓਮ ਸ਼ਾਂਤੀ।